ਮੇਰਾ ਇਹ ਸਵਾਲ ਥਾ ਆਪ ਸੇ ਆਪਨੇ ਉਹ ਮੇਰੇ ਜਿਹੜੇ ਅਸਲ ਸਵਾਲ ਹੈਗੇ ਨੇ ਤੁਸੀਂ ਉਹਨਾਂ ਨੂੰ ਭੁੱਲ ਜਾਂਦੇ ਹੋ ਨਾ ਨਾ ਆਪਣੇ ਮਤਲਬ ਦੀ ਗੁਫ਼ਤਗੂ ਤੁਸੀਂ ਬਲੈਕ ਈਗਲ ਦੇ ਹੱਕ ਤੇ ਤੁਸੀਂ ਗੁਫ਼ਤਗੂ ਕਰ ਯਾਰ ਤੁਸੀਂ ਸਾਬਤ ਕਰੋ ਨਾ ਤੁਸੀਂ ਦੱਸੋ ਕਿਹੜਾ ਡਾਕੂ ਵੀ ਬਲੈਕ ਈਗਲ ਚ ਹੈਗਾ ਦੱਸੋ ਕਿ ਆਗਾ ਨਿਧੀ ਹਾਂਜੀ ਬਲੈਕ ਈਗਲ ਦਾ ਹਿੱਸਾ ਨਹੀਂ ਸੀ ਤੁਸੀਂ ਤੇ ਰਮਾਨਪੁਰੇ ਚ ਫਿਰ ਗਿਆਸੇ ਨੂੰ ਵੀ ਪਾ ਦਿਓ ਵਿੱਚ ਤੇ ਭਾਵੇਂ ਉਹ ਵੀ ਤੁਸੀਂ ਮਜ਼ਰ ਤਿੱਬੀ ਨੂੰ ਪਾ ਰਹੇ ਹੋ ਵਿੱਚ ਆਗਾ ਨਵੀਦ ਤੇ ਸਟੂਡੈਂਟ ਹੀ ਨਹੀਂ ਸੀ ਸਰ ਆਗਾ ਨਵੀਦ ਕਿੰਨਾ ਕੋਲ ਆ ਕੇ ਬੰਦਾ ਆਤਫ ਚੌਧਰੀ ਆਗਾ ਨਵੀਦ ਸਲਾਮ ਕਰਨ ਆਂਦੇ ਸਨ ਖਾਨ ਸਾਹਿਬ ਸਲਾਮ ਦੇਖੋ ਮੇਰੀ ਗੱਲ ਸੁਣੋ ਸ਼ਰੀਫ ਬੰਦਾ ਹੋਏ ਉਹਨੂੰ ਸਲਾਮ ਕਰਨ ਕੌਣ ਆਏਗਾ ਉਹ ਸਾਰੋ ਹੀਰੋ ਸਨ ਰਮਾਨਪੁਰੇ ਦੇ ਹੈਦਰ ਮਜ਼ਰ ਮੀਰ ਅਬਦੁੱਲਾ ਕਬਜ਼ਾ ਨਹੀਂ ਕਰਵਾਉਂਦੇ ਉਹ ਨੇ ਕਿਹੜਾ ਕਬਜ਼ਾ ਇੱਕ ਕਬਜ਼ਾ ਦੱਸੋ ਮੈਨੂੰ ਸਰ ਉਹਨੇ 40 ਸਾਲ ਪਿੱਛੇ ਜੋ ਵੀ ਗੁਫ਼ਤਗੂ ਮੰਜ਼ਰ-ਏ-ਆਮ ਤੇ ਆ ਚੁੱਕੀ ਹੋਈ ਸਿਰਫ ਮੈਂ ਤੁਹਾਨੂੰ ਦੱਸਣਾ ਇਹਨਾਂ ਨੇ ਅਦਾਲਤਾਂ ਨੂੰ ਫੇਸ ਕੀਤਾ ਮੈਂ ਖੁਦ ਨਾਲ ਜਾ ਕੇ ਮਦਰ ਨੂੰ ਏਐਸਪੀ ਕੈਪਟਨ ਜ਼ੁਬੈਰ ਸਾਹਿਬ ਕੋਲ ਪੇਸ਼ ਕਰਾਇਆ ਉਹਦੇ ਤੇ ਕੁਝ ਝੂਠੇ ਸੱਚੇ ਪੁਲਿਸ ਮੁਕਾਬਲੇ ਦੇ ਪਰਚੇ ਸਨ ਉਹ ਕਲੀਅਰ ਹੋਇਆ ਫਿਰ ਐਮਯੂ ਕਾਲਜ 'ਚ ਜਿਹੜਾ ਜ਼ਹੀਰ ਬਾਊ ਨੂੰ ਗੋਲੀ ਲੱਗੀ ਸੀ ਉਹ ਇਲਜ਼ਾਮ ਮਜ਼ਰ ਤੇ ਲੱਗਾ ਉਹਦੇ 'ਚੋਂ ਕਲੀਅਰ ਹੈ ਇੱਕ ਪਰਚੇ 'ਚੋਂ ਖਾਰਜ ਹੋਏ ਨੇ ਹੈਦਰ ਮਜ਼ਰ ਉਹਨਾਂ ਦੇ ਪੁਲਿਸ ਮੁਕਾਬਲੇ ਨਹੀਂ ਹੋਏ ਇੱਕ ਪਰਚੇ 'ਚੋਂ ਕਲੀਅਰ ਨੇ ਕੈਪਟਨ ਜ਼ੁਬੈਰ ਸਾਹਿਬ ਕੋਲ ਇੱਕ ਘੰਟੇ ਲਈ ਮਦਰ ਖਾਨ ਜੇਲ੍ਹ ਨਹੀਂ ਸੀ ਗਿਆ ਉਹ ਜ਼ਾਹਿਰ ਅਸਰ ਸੂਕ ਰੱਖਣ ਵਾਲੇ ਸੀ ਉਹਨੇ ਅਸਰ ਸੂ ਇਹਨਾਂ ਦੇ ਵਾਲਦਾ ਇਹਨਾਂ ਦੋਵਾਂ ਦੇ ਭੱਟੋ ਲਵਰ ਹੋਣ ਤੇ ਭੱਟੋ ਦੀ ਹਕੂਮਤ ਹੋਏ ਤੇ ਉਦੋਂ ਜਦੋਂ ਇਨਕਾਊਂਟਰਸ ਦਾ ਅਗਰ ਆਰਡਰਸ ਜਾਰੀ ਕਰ ਦਿੱਤੇ ਜਾਣ ਤੇ ਫਿਰ ਸਰ ਅੱਧਾ ਘੰਟਾ ਕੀ ਅੱਧੇ ਘੰਟੇ ਦੇ ਅੰਦਰ ਬੰਦਾ ਬਾਹਰ ਹੁੰਦਾ ਹੀ ਨੂਨ ਲੀਗ ਦੇ ਬੰਦੇ ਨੂਨ ਲੀਗ ਦੀ ਹਕੂਮਤ 'ਚ ਨਹੀਂ ਮਰ ਰਹੇ ਸਰ ਕਿਹੜਾ ਮਰਿਆ ਤੀਫੀ ਬੱਟ ਸਰ ਤੀਫੀ ਬੱਟ ਦੀ ਵਜੂਹਾਤ ਕੁਝ ਹੋ ਰਹੀ ਹੈ ਨਹੀਂ ਐਨਜੀ ਸੰਦਾ ਇਹ ਗੱਲ ਨਹੀਂ ਹੁੰਦੀ ਜਦੋਂ ਕੋਈ ਹੀਨੀਅਸ ਕ੍ਰਿਮੀਨਲ ਹੈ ਆਤਫ ਚੌਧਰੀ ਨੂਨ ਲੀਗ ਦੀ ਹਕੂਮਤ 'ਚ ਨਹੀਂ ਮਰਿਆ ਮਰਿਆ ਆਗਾ ਨਿੱਦੀ ਨਹੀਂ ਮਰਿਆ ਸਰ ਇਹ ਆਪੇ ਤੋਂ ਬਾਹਰ ਹੋ ਗਈ ਸੀ ਬਲੈਕ ਈਗਲ 'ਚ ਨਹੀਂ ਨਾ ਆਪੇ ਤੋਂ ਬਾਹਰ ਇਹ ਬਲੈਕ ਈਗਲ ਦਾ ਹਿੱਸਾ ਨਹੀਂ ਨੇ ਤੁਹਾਨੂੰ ਐਸੇ ਮੈਂ ਕਦੀ ਜ਼ਿੰਦਗੀ 'ਚ ਨਹੀਂ ਸੀ ਬੋਲਣਾ ਬਲੈਕ ਈਗਲ ਤੇ ਗੜੇ ਮੁਰਦੇ ਨਹੀਂ ਸੀ ਉਖਾੜਨੇ ਮੈਂ ਜਿਹੜਾ ਚੈਨਲ ਲਾ ਰਿਹਾ ਮਦਰ ਤਿੱਬੀ ਬਲੈਕ ਈਗਲ का था आतिफ चौधरी ने तो एमएसएफ ਦਾ ਲੇਬਲ ਹੈ ਸੀ ਆਤਫ ਚੌਧਰੀ ਅੰਡਰ ਮੈਟ੍ਰਿਕ ਸੀ ਆਗਾ ਨਵੀਦ ਅੰਡਰ ਮੈਟ੍ਰਿਕ ਸੀ ਠੀਕ ਹੈ ਉਹ ਭੂਪਾ ਕਿਹੜਾ ਸਟੂਡੈਂਟ ਕਿਹੜਾ ਸੀ ਉਹਨਾਂ ਦੇ ਵਿੱਚ ਨਦੀਮ ਭੋਪੇ ਨੂੰ ਵੀ ਪਾ ਦਿਓ ਬਲੈਕ ਈਗਲ ਜਿਹੜੀ ਇੱਕ ਜਮਾਤ ਸੀ ਉਹ ਲੈਦਾ ਸੀ ਵਿੱਚ ਤਲਕ ਤੇ ਪੂਰਾ ਉਹਨੂੰ ਆਗਾ ਨਵੀਦ ਰਮਾਨਪੁਰੇ ਦਾ ਸੀ ਇਹਦਾ ਮਤਲਬ ਉਹ ਵੀ ਬਲੈਕ ਈਗਲ ਦਾ ਹੈ ਗਿਆਸਾ ਵੀ ਬਲੈਕ ਈਗਲ ਦਾ ਪਾ ਦਿਓ ਸਾਰੀ ਦੁਨੀਆ ਬਲੈਕ ਈਗਲ ਦੇ ਜਿਹੜੇ ਬੰਦੇ ਨੇ ਹਯਾਤ ਨੇ ਸਰ ਰੇਸ ਕਲੱਬ ਦੇ ਵਿੱਚ ਜਦੋਂ ਫਾਇਰਿੰਗ ਹੁੰਦੀ ਹੈ ਲੜਾਈ ਹੁੰਦੀ ਹੈ ਕੌਣ ਮੰਜ਼ਰ-ਏ-ਆਮ ਤੇ ਆਇਆ ਇਹਸਾनुल्लाह खान ਬੋਬੀ ਕਿਉਂ ਆਇਆ ਨਾ ਆਇਆ ਮੁੜ ਕੇ ਬਰੀ ਵੀ ਤੇ ਹੋਇਆ ਨਹੀਂ ਤੇ ਸ਼ਾਹ ਸਾਹਿਬ ਤੁਸੀਂ ਤੇ ਦੇਖੋ ਤੁਸੀਂ ਸ਼ਾਇਦ ਬਲੈਕ ਈਗਲ ਦੇ ਸਾਥੀ ਹੋ ਜਾਂ ਬਲੈਕ ਈਗਲ ਦੇ ਹਮਾਦਾ ਹੋ ਗੱਲ ਹੈ ਕਿ ਦੇਖੋ ਮੇਰੀ ਗੱਲ ਸੁਣੋ ਸ਼ਾਹ ਸਾਹਿਬ ਇਹਸਾनुल्लाह ਬੋਬੀ ਸਾਹਿਬ ਰੇਸ ਕਲੱਬ ਅਗਰ ਲੜਾਈ ਹੋਈ ਕਿਉਂ ਹੋਈ ਕਿਸ ਵਜ੍ਹਾ ਨਾਲ ਹੋਈ ਉੱਥੇ ਰੇਸ ਸਰ ਉਹ ਘੋੜਾ ਆਪਣਾ ਵਿਨ ਕਰਵਾਉਣ ਦੇ ਚੱਕਰਾਂ ਉਹ ਸਰ ਐ ਨਹੀਂ ਹੁੰਦਾ ਉਹਨੂੰ ਜਿਵੇਂ ਮਰਜ਼ੀ ਕੋ ਦੇ ਦੇ ਰੇਸ ਕਲੱਬ ਦੇ ਵਿੱਚ ਹੁਣ ਕਿਹੜੇ ਵੱਡੇ ਬ੍ਰਾਂਡਸ ਨਹੀਂ ਜਾਂਦੇ ਰੇਸ ਕਲੱਬ ਵੱਡੇ ਲੋਕਾਂ ਦੇ ਸ਼ੌਕ ਨੇ ਲੋਕੀ ਜਾਂਦੇ ਨੇ ਮੈਨੂੰ ਨਹੀਂ ਪਸੰਦ ਮੈਂ ਨਹੀਂ ਜਾਂਦਾ ਇਹਦੇ ਵਿੱਚ ਐਸੀ ਕੋਈ ਗੱਲ ਨਹੀਂ ਹੈਗੀ ਇਹਨੂੰ 35 ਸਾਲ ਤੋਂ ਉੱਤੇ ਹੋ ਗਏ ਨੇ ਮੀਰ ਅਬਦੁੱਲਾ ਸਾਹਿਬ ਨੂੰ ਬਾਹਰ ਗਏ ਹੋਏ ਗਾਲਬਨ 20 ਤੋਂ 25 ਸਾਲ ਹੋ ਗਏ ਨੇ ਇਹਸਾनुल्लाह ਬੋਬੀ ਸਾਹਿਬ ਨੂੰ ਬਾਹਰ ਗਏ ਉਸ ਤੋਂ ਬਾਅਦ ਸਾਰੇ ਮਰੇ ਨੇ ਆਤਫ ਚੌਧਰੀ ਆਗਨ ਹੁਣ ਉਸ ਤੋਂ ਬਾਅਦ ਲੈਵਲ ਜਦੋਂ ਬਲੈਕ ਈਗਲ ਖਤਮ ਹੋ ਗਈ ਇਹ ਕੋਈ ਉਹ ਵਾਲੇ ਨਹੀਂ ਸਨ ਕਿ ਸਟੂਡੈਂਟ ਪੋਲਿਟਿਕਸ ਕੀਤੀ ਮੁੜ ਕੇ ਕਾਲਜ ਖਤਮ ਹੋ ਗਿਆ ਤੇ ਮੁੜ ਕੇ ਫੇਰ ਜਮਾਤ ਨੂੰ ਘਸੀਟੋ ਹੋਸਟਲ ਵਿੱਚ ਹੀ ਕਿਆਮਗੇ ਰਹਿਣਾ ਉਹ ਸਿਸਟਮ ਨਹੀਂ ਹੈਗਾ ਸੀ ਨਾ ਹੋਸਟਲਾਂ 'ਚ ਰਹਿਣਾ ਇੱਥੇ ਤੇ 55 ਸਾਲ ਦੇ ਹੋਸਟਲਾਂ 'ਚ ਬਰਾਮਦ ਨਹੀਂ ਹੈ ਥੋੜੇ ਦਿਨ ਪਹਿਲੇ ਥਾਣਾ ਮੁਸਲਿਮ ਟਾਊਨ ਐਸੀ ਕੋਈ ਗੱਲ ਨਹੀਂ ਸੀ ਇਹ ਇੱਕ ਤਹਿਰੀਕ ਚੱਲੀ ਸੀ ਇਹ ਤਹਿਰੀਕ ਸੀ ਬੇਸਿਕਲੀ ਇਹ ਤਹਿਰੀਕ ਚੱਲੀ ਜਦੋਂ ਦਾ ਵਕਤ ਖਤਮ ਹੋ ਗਿਆ ਜ਼ਿਆਉਲ ਹਕ ਸਾਹਿਬ ਦੀ ਗਵਰਨਮੈਂਟ ਚਲੀ ਗਈ ਪੀਪਲ ਪਾਰਟੀ ਦੀ ਆ ਗਈ ਇਹ ਪੀਐਸਐਫ 'ਚ ਜ਼ਮ ਹੋ ਗਏ ਇਹ ਆਪਣੇ ਕਾਰੋਬਾਰਾਂ 'ਚ ਪੈ ਗਏ ਬਾਹਰ ਜਾਣਾ ਕੋਈ ਜੁਰਮ ਹੈ ਮਗਰ ਇਹ ਬਲੈਕ ਈਗਲ ਸਿਰਫ ਸਾਇੰਸ ਕਾਲਜ ਦੀ ਹੱਦ ਤੱਕ ਤੇ ਮਹਦੂਦ ਨਹੀਂ ਹੈਗੀ ਸੀ ਨਹੀਂ ਇਹਨਾਂ ਦੇ ਇਹ ਇਨਾਮਾ ਇਕਬਾਲ ਮੈਡੀਕਲ ਯੂਨੀਵਰਸਿਟੀ ਇਰਫਾਨ ਬੇਗ ਨੋਮਾ ਡਾਕਟਰ ਇਰਫਾਨ ਬੇਗ ਉਹ ਵੀ ਇਹਦੇ ਸੀ ਫਿਰ ਉਸ ਤੋਂ ਬਾਅਦ ਗਵਰਨਮੈਂਟ ਕਾਲਜ ਤਾਹਿਰ ਸਿੰਧੂ ਸਾਹਿਬ ਇਹਦੇ ਵਿੱਚ ਸਨ ਹੋਰ ਦੋਸਤ ਸਨ ਉਹ ਸਾਰੇ ਇਸ ਵੇਲੇ ਬ੍ਰਾਂਡ ਨੇ शाह साहब मुझे ये बताएं क्या ताहिर प्रिंस इस तंजीम का हिस्सा नहीं था ताहिर प्रिंस सिविल लाइन में पढ़ता था मैं उसको जानता हूँ सिविल लाइन में ब्लैक ईगल कभी रही नहीं ताल्लुक यार तल्लक तो मेरा सी मेरी गल सुनो अब आपकी बात बिल्कुल 100% मैंने ये दावा किया कि मैं ब्लैक ईगल में था नहीं किया ना तो ताल्लुक है ताल्लुक ताहिर प्रिंस के साथ भी था उनका उसके बाद बड़े बड़े पुलिस अफसरान जितने भी नाजायज काम थे कि ताल्लुक ये हो गया यार अच्छा मैं मंजर-ए-आम ते नहीं आ सकता ਉਹ ਨਹੀਂ ਸਰ ਨਹੀਂ ਉਹ ਸਾਰੀ ਇੱਕ ਬੰਦਾ ਬੈਠਾ ਹੈ ਪਾਕਿਸਤਾਨ ਤੋਂ ਬਾਹਰ ਸਰ ਅਗਰ ਇਹ ਉਹੀ ਕੰਮ ਹੋ ਗਿਆ ਨਾ ਕਿ ਮੈਂ ਮੰਜ਼ਰ-ए-ਆਮ ਤੇ ਨਹੀਂ ਆ ਸਕਦਾ ਮੈਂ ਕਹਾਂ ਯਾਰ ਨਹੀਂ ਮੇਰਾ ਤਾਲੁਕ ਹਨੀਫੇ ਬਾਬੇ ਦੇ ਨਾਲੇ ਤਾਹਿਰ ਪ੍ਰਿੰਸ ਦੇ ਨਾਲੇ
ਆਤਫ ਚੌਧਰੀ ਦੇ ਨਾਲ ਹੈਗਾ ਜਾਂ ਅਲਿਆਸੇ ਦੇ ਨਾਲ ਹੈਗਾ, ਯਾਰ ਅੱਛਾ ਯਾਰ ਚਲੋ ਮੈਂ ਮੰਜ਼ਰ ਆਮ ਤੇ ਨਹੀਂ ਆਣਾ ਯਾਰ, ਤੁਸੀਂ ਆ ਕੰਮ ਪਾ ਲਓ, ਮੈਂ ਪੈਸੇ ਚੁੱਕ ਲਿੱਤੇ ਹੋਏ, ਤੁਹਾਨੂੰ मैं खर्चा पानी दे, फिर तो यह गल होगी सर। ताल्लुक की बना पर ही ये लाहौर में जितने भी माफिया ने अपना होल्ड संभाला ना। आमर भट्ट यारमार सी, ठीक है, आमर भट्ट दे किसे परचे च कोई ब्लैक ईगल दा मुंडा नामजद मुलजम हैगा? कुछ एक दा दसो ਉਹਦਾ ਮੁਕੱਦਮੇਵਾਰ ਹੋਵੇ। ਜਦੋਂ ਸਾਰੇ ਹੀ ਤਗੜੇ ਹੋਣ, ਤਗੜੇ ਬੰਦੇ ਮਸੱਲੀ ਰੱਖਦੇ ਨੇ, ਡੇਰੇਦਾਰ ਮਸੱਲੀ ਰੱਖਦਾ ਕਿ ਯਾਰ ਮੈਂ ਤੇ ਸਾਹਮਣੇ ਮੰਜ਼ਰ ਆਮ ਤੇ ਆ ਕੇ ਲੜਾਈ ਨਹੀਂ ਕਰ ਸਕਾਂਗਾ, ਯਾਰ ਤੇ ਤੂੰ ਜਾ ਯਾਰ ਤੂੰ ਪੈਸੇ ਫੜ ਜਾ। ਮਸੱਲੀ ਵੀ ਰੱਖੋ ਨਾ ਤੇ ਉਹ ਮਸ਼ਵਰੇ ਚ 109 ਚ ਬੰਦੇ ਦਾ ਨਾਂ ਆਂਦਾ ਹੈ, ਮੈਂ ਕਾਨੂੰਨ ਨੂੰ ਸਮਝਣਾ। ਆਮਰ ਭੱਟ ਦੇ ਕਿਸੇ ਪਰਚੇ ਦੇ ਵਿੱਚ 109 ਚ ਮੀਰ ਅਬਦੁੱਲਾ ਸਾਹਿਬ ਦਾ ਨਾਂ ਦੱਸ ਦਿਓ, एहसानुल्लाह बोबी का नाम। आमर भट्ट किस केस में अंदर हुआ था? वो तो क्रिमिनल थे, डाकू थे। जब मीर अब्दुल्ला का, यानी कि आप जिक्र कर रहे हैं मीर अब्दुल्ला का 109 में नाम बता दें, हाँ, ये ब्लैक ईगल का हिस्सा नहीं था, मगर जब ये आमर भट्ट पहली मरतबा अरेस्ट होता है, जब इनके ताल्लुक के बना पर होता है, इनकी नहीं, कभी नहीं हुआ। ये तो कोड लखपत है, ये तो सबसे पहले जेल में 392 में गए थे। इनका एमएसएफ वालों से भी तल्लक था, इनका केयूएसएफ से भी तल्लक था, पीएसएफ से भी तल्लक था। स्टूडेंट्स का ये क्रिमिनल लोग शेल्टर लेना चाहते थे, लेकिन इनको आप स्टूडेंट कैसे कह सकते हैं? कहाँ पे आप साबित करेंगे कि आमर भट्ट स्टूडेंट है? वो पकड़ा गया, हम पुलिस वालों के पास चले जाए, मिसाल मुझे लगा लें मैं एहसानुल्लाह बोबी हूँ, मैं जाके कहाँ साबित करूंगा कि मेरा स्टूडेंट है? वहाँ पे जो अफसर बैठे, वो तल्लक तो पूरे पाकिस्तान से, तल्लक तो मैं बता रहा हूँ। जिस तरह आपने कहा मजर तिब्बी का ब्लैक ईगल के साथ किसी किस्म का कोई असर रसूख नहीं था, जबकि मजर तिब्बी जब अरेस्ट होता है कोट लखपत जेल में होता है, उसको कौन सी बैरक दी जाती है? वो तो उसके अपने नहीं, पार्टी का वो भी लवर था, होगा पीपल पार्टी होगा। देखिए मेरी बात सुनिए शाह साहब, पीपल्स पार्टी का लवर था, उसको बैरक कौन सी मिली? जुल्फ़िकार अली सर उसके वसाइल थे। सुनी जाए मेरी बात, अगर आप कह रहे हैं ना उसकी कि लोगों ने इतनी बड़ी मजर तिब्बी पे स्टोरियां बनाई कि मजर तिब्बी इतना ताकतवर था, ये हो गया वो हो गया, 7 साल जेल काट के बाहर आया वो। अगर इतना तगड़ा था तो 6 महीने में से बाहर आना चाहिए था, बाहर आके वो इनकाउंटर में मरा, ठीक है। इनमें ऐसा कोई चक्कर नहीं था। इसमें ये ज़रूर हुआ है कि कादर सुल्तान टोनी को जिन्होंने कत्ल किया उनके ख़ानदान नहीं रहे। बाबर भट्ट के बारे में बताया, बाबर भट्ट को तो पुलिस ने मारा कराची में इनकाउंटर में, असलम साई साहब ने। बाबर भट्ट को पुलिस ने मारा, वो तो एंटी ब्लैक ईगल था, मदर तिब्बी एंटी ब्लैक ईगल था। ये लोग तो बाहर चले गए, ये सेटल हो गए। इन्होंने एक तहरीक चलाई, जब गवर्नमेंट ख़त्म हो गई इनकी तहरीक डाउन हो गई, ये पीएसएफ में जम हो गए। उसमें कई दोस्त हैं जो चल रहे हैं अभी भी, जिन्होंने कारोबार में, अब मैं भी एक तंजीम का थोड़ा सा हिस्सा था। जब एक टाइम स्टूडेंट दौर ख़त्म हो गया, मैंने अपनी मजदूरी शुरू कर दी, कारोबार शुरू कर दिया। तो अब मुझे अब भी कोई कहे, मैं अब वो जमातों के नाम तो अब भी चल रहे हैं, वहाँ पे उनमें कोई क्राइम करे तो लोग के जी फुरकान शाह बेचेगा। जो मेरे दोस्त थे वो मेरे दोस्त थे, जो उनके थे उनका आमर भट्ट वगैरह मीर साहब से और इनसे उम्र में छोटे थे, वो ख्वाहिश रखते थे कि हम इनके साथ फिरें। अब मैं यहाँ पे अपने दफ्तर में बैठा हूँ, कोई भी मुझे मिलने आ जाए, वो पीछे से कत्ल करके आया हो, तो मैं उसका साथी तो नहीं हूँ। इसके ब्लैक ईगल के अरूज और जवाल पर आप क्या कहना चाहिए? अगर जवाल में होती ब्लैक ईगल तो आज आप उसका नाम लेने आते। ये वो जमात है जिस पे जवाल आया ही नहीं। अच्छा, इन्होंने खुद पीएसएफ में चले गए, डिस्प्रेस कर दी सारे। मदर खां आज भी जाएं आपको रमानपुरे में मिलेगा, उसका उधर चौक में बड़ा हाई प्रोफाइल बिजनेस है। उसके बाद आप आगा नेमत उनका भाई, वो कारोबारी, उसका तो ब्लैक ईगल से तल्लक, उसका ये कसूर है कि वो सिर्फ इनका भाई है, ठीक है। और कल को मुझे कोई कहे, इन्होंने एक लिमिट तक तहरीक चलाई, जब इनका मकसद ये थे एंटी गवर्नमेंट, एंटी मार्शल लॉ, ठीक है, गवर्नमेंट नहीं, एंटी मार्शल लॉ थे। जब मार्शल लॉ खत्म हो गया, इन्होंने डिस्प्रेस हो गए। अच्छा, अपनी मजदूरियां शुरू कर दी। मैं बड़ा करूंगा कि आपका कहने का मकसद ये है कि जी ये एंटी मार्शल लॉ थे और एंटी तलबा थे, जो कि ताकतवर जो स्टूडेंट्स थे, जो स्टूडेंट्स पे बिला वजह मुसल्लत होने की कोशिश करते थे, ये उनको रेजिस्ट करते थे। क्या 88 के बाद इन्होंने ये समझा कि अब सारे मामला बेहतर हो गए कि यार उन सारे जिन्हें तलबा है यूनिवर्सिटी थे, कॉलेजेस थे, यार उन्हें सारे हैंडल हो गए ने, तब बस ठीक है उन्हें से तंजीम छाड़ दी है, पीएसएफ चले या नहीं या जो भी है खत्म हो गया ना। फिर इन्होंने कॉलेजेस में जो ही इनके दाखिले खत्म हुए हैं, ये दोबारा साइंस कॉलेज में गए ही नहीं।
दोबारा वहाँ पे कोई और जमातें आ गई, सारा कुछ हो गया, इन्होंने किसी भी किस्म में नेगेटिव एलिमेंट, अब देखें ना कितनी लोगों को डिसइंफॉर्मेशन है, मदर तिब्बी, आमिर भट्ट, वो शाहिद भट्ट, जानशेर खान, उनका ब्लैक ईगल से क्या तल्लक है? जानशेर खान का तो जमातियों ने मार दिया था, भाई दो उसके कत्ल हुए थे, वो तो दर्जी का काम करता था, वो ये शाहिद भट्ट, ठीक है, उसके 2 भाई मर्डर हो गए शतरा कॉलेज में, और इनसे बहुत बाद में, तो वो वहाँ पे दर्जी था मस्कत में, कुवैत में शायद, वो वहाँ से बदला लेने आया, उसने अपने बदले लिए, आफ्टर दैट वो भी पुलिस के इनकाउंटर में मारा गया। इनमें से ऐसा कोई नहीं है। 35 साल पहले मीर साहब ने पाकिस्तान छोड़ दिया, आज भी आप इल्ज़ाम लगा दें, मैं लगा दूं, कोई इल्ज़ाम में क्या है, साबित भी तो आपने करना है ना। लोग मुझे कहते हैं जी पाकिस्तान, उनका पाकिस्तान में है ही कोई नहीं, पेरेंट्स उनके फौत हो गए हैं, ठीक है, फैमिलियाँ उनकी उधर है। अच्छा, हाँ, उन्होंने पाकिस्तान आना क्यों है? ऐसा आना, और बॉबी साहब वो भी बाहर ही आते हैं, वो आए हुए थे पिछले दिनों, तो शरीफ लाए हुए थे पाकिस्तान, ये हमारे लायक। जितने भी उस टाइम के केसेस थे, क्या वो खत्म हो चुके हैं? हर चीज बाइज्जत बरी, सारे बरी। आप अभी कोई पुलिस वाला मुझे कहे कि मजर खां को पकड़ाना है, अभी मैं फोन करूंगा और वो खुद आएगा, बल्कि मजर को मैं फोन करूंगा। अब मजर तिब्बी और मजर खां में फर्क है, अभी फोन करें, मैं अभी माइक ऑन करके फोन करता हूं, मैं कहूंगा मजर खां साहब फलाना थाना आपको ढूंढ रहा है, जे मदर खां 20 मिनट बाद ताड़े ना पहुंच गया तो भी हाँ भी की काम में, वो देखे ना थाने कौन जाएगा, जो क्लियर होगा। ठीक है, हैदर है, उसके उधर बच्चे जवान हो गए हैं, उसका उधर अपना बिजनेस चल रहा है, उसको जरूरत नहीं। हैदर का भी रहमानपुरे में काफी असर रसूख था भाईजान। जब आपने देखे, जब आप कॉलेज दाखिल होते हैं ना, उस दौर में नवंबर दिसंबर में जब आपने इतनी इतनी शर्टें पहनी, इतने इतने आपके डोले हों, हैंडसम जवान हो, सारे स्पोर्ट्समैन हो, हर बंदा ख्वाहिश रखता है कि यार एड्डे तगड़े मुंडे सोने जवाने, इनसे मेरी दोस्ती होनी चाहिए, ठीक है। ये तो अपने एक अच्छे पढ़े लिखे लोग थे, डिसेंट। आप आज मीर साहब से गुफ्तगू करें तो आपकी अंग्रेज़ी मुक जानी है, एहसानुल्लाह खान बॉबी से गुफ्तगू करें आपकी अंग्रेज़ी ख़त्म हो जाएगी, ठीक है, मदर खान से गुफ्तगू करें आपकी इंग्लिश ख़त्म कर देगा। ये सारे पढ़े लिखे लोग हैं। जी नाज़रीन, जैसे कि आपने फरखान शाह से अपनी गुफ्तगू को सुना, और मुझे तो लगता ये है कि जी इन्होंने ब्लैक ईगल जो थी, जो कि 80 की दहाई में जो बनी थी, उसका अज़म उठा रखा है पॉजिटिव पहलू में। जबकि मैं अब इनकी बातों से इत्तेफाक नहीं करता, पर फिर भी इत्तेफाकन राय मैं ये दूंगा कि ब्लैक ईगल, फिर आप जिस मौजू पर बात कर रहे हैं शाह साहब, कि ये है कि ये हक और सच की आवाज़ को बुलंद बाला करने वाली एक तंजीम थी, और उन तुलबा को कि जो कि बिल्कुल यानी कॉलेज में एक बड़ी अजियतनाक ज़िंदगी गुजारने पर मजबूर हैं, उनका ये साथी थे, और ना तो इनमें किसी किस्म का नशे की कोई आदत थी, ना तो शराब ये पीते थे, और ना ही ये कब्जा करते थे, और ना ही ये लोगों को मरवाते थे। क्या ऐसे ही है? बिल्कुल ऐसे। जो ब्लैक ईगल के ना इस वक्त सर्विंग, मगर उसके बावजूद इन पर लातदाद केसेस भी हैं, इन पे डाले भी गए। देखिए नाजरीन, बात यह है कि शाह साहब कि जब एक बंदा बिल्कुल पॉजिटिव थॉट पे काम कर रहा हो, तो मैं नहीं समझता कानून इतना बेवकूफ़ है कि वो इन पे इल्ज़ामात राशि गिरो और इन पे मुकदमात की भरमार लगा दे। अगर इन पे किसी किस्म की कोई FIR थी या है या ख़त्म हो चुकी है, ठीक है, तो फिर क्या ऐसी नौबत इन पर पड़ी कि ये जनाब सब मुल्क छोड़ने पर मजबूर हो गए, भाग के सब के सब भाग गए? 2 से 3 हैं। हुर बुखारी साहब इधर सियासत कर रहे हैं, उसके अलावा कई लोग बड़े नामवर जर्नलिस्ट हैं ब्लैक ईगल के लोग, कई अपनी जॉब्स कर रहे हैं, कई अच्छे अच्छे उहदों पे। प्रॉब्लम ये होगी है ना, अब वो मेरे खिलाफ हो जाएंगे इस बात से, हो बाबे गए हैं, सारे हो गए रिटायर, सारे नाने दादे बन गए हैं और अपनी पीसफुल लाइफ गुजार रहे हैं। अब हुआ ये है कि जब ये जो सोशल मीडिया ना, इनको कोई मवाद नहीं ना मिलता, तो उन्होंने उनमें से किसी ने सोचा वो ब्लैक ईगल जानदा को ब्लैक ईगल दी अलिफ बे नहीं है, कोई मज़र तिब्बी नूं विच वाड़ रहा है, कोई फलाने इश्तिहारी नूं विच वाड़ रहा है, कोई फलाने नूं वाड़ रहा है। क्या इत्थे बड़े बड़े नेक लोगों के बुरे लोगों नाल तल्लक नहीं होंदे? बड़े बड़े नेक लोगों के घर अगर कोई क्रिमिनल पैदा हो जाता है तो क्या उस क्राइम का हिस्सा ने? ठीक है, इन्हां दे विच किहड़ा भज्जिया? एहसानुल्लाह बॉबी साहब, उस तो बाद मीर अब्दुल्ला साहब, हैदर खान, 3 बंदे, 3 बंदियां दी जमात, तीनों ही फाउंडर है। अब जिस वक्त हैदर साहब पाकिस्तान आएंगे मैं आपको मिलवाऊंगा, और आपने पुलिस को बुलाना है कि फड़ लो 15। मैं
آپ کو اپنے موبائل سے کرواؤں گا. میں فاؤنڈر کی بات کر رہا ہوں نہ تو میں پھڑوان دی گل. نہیں, اگر وہ ایبسکونڈر ہے نا, فاؤنڈر اور ایبسکونڈر پتہ نہیں نا, فاؤنڈر سے ایبسکونڈر پہ لے ہیں, تو آپ جس طرح غصے میں ہیں, آپ نے احسان اللہ بوبی صاحب آئیں گے پاکستان, میں آپ کو ملواؤں گا. آپ نے 1-5 کرنی ہے کہ احسان اللہ خان بوبی میرے پاس کھڑے ہیں, آؤ تو پھاڑ لو. ٹھیک ہے, میر صاحب کا بھی کوئی اگر کاروباری چکر لگا تو وہ بھی. میر صاحب پہ پچھلے دنوں کسی نے ایک جھوٹا الزام لگا دیا تھا, ایک مرڈر کا, اچھا, سمنا آباد کا. ٹھیک ہے, FIR ہو گئی, سارا کچھ ہو گیا, اصل قاتل بھی پکڑے گئے, پولیس انکاؤنٹر میں بھی مارے گئے سارے. ٹھیک ہے, جو کروانے والا تھا وہ اس وقت اشتہاری ہے اور وہ ضمنیوں میں نامزد ہے. اچھا, ٹھیک ہے, اب اس طرح کا الزام, ایک بندہ 35 سال سے پاکستان سے باہر ہے, آپ اس پہ قتل کا جھوٹا الزام لگا دیں, وہ تو اللہ نے مدد کی کہ وہ اصل شوٹر ہی پکڑے گئے, وہ ماما اور پتہ نہیں کون کون سے تھے. ٹھیک ہے, تو اس طرح کے الزامات لگنے کا ایک بندے نے آ کے دیکھے نا, پیش بھی نہیں ہوا, سرنڈر بھی نہیں کیا, پولیس نے خود ہی کلیئر کر دیا. اب اس میں کہہ دیں کہ بڑی طاقت ہے, اصل شوٹر پکڑے گئے, اصل مارے گئے. اب جس کو جس سے مرضی جوڑ دیں, اب مجھے کوئی جوڑ دے, میری آج تک میر عبداللہ صاحب سے ملاقات ہی کوئی نہیں, ایک ہی علاقے میں پیدا ہوئے وہیں پہ, اور احسان اللہ بوبی صاحب سے میری 50,000, سمجھ لیں کہ وہ میرے اور میں ان کا فیملی ممبر ہوں, ہم وہ ان کے بھائی اور میں فیملی فرینڈ ہیں. فیملیوں کا آنا جانا, مظہر کے ساتھ ہماری فیملی خوشی غمی میں جانا, حیدر خان ان کے والد صاحب اللہ جنت نصیب کرے, ان لوگوں سے فیملی فرینڈ تھے. اگر یہ آج جتنے بندے, میں نے 20-22 بندے, 25 کے 1-2 کا مرڈر ہو گیا, باقی سارے بندے اس وقت پاکستان میں موجود ہیں, اپنی ریٹائرمنٹ کی زندگی گزار رہے ہیں. کوئی نانا بن گیا, کوئی دادا بن گیا, لیکن ان کا پرابلم یہ ہے کہ یہ فزیکلی فٹ ہیں, ایکسرسائز نہیں چھوڑتے, وہ دیکھنے میں آپ کے میرے جتنے لگتے ہیں. میں اگر میر عبداللہ صاحب کے ساتھ کھڑا ہوں نا, تو میں اگر ان کے برابر کری تو ان سے بڑا لگوں گا. ٹھیک ہے, تو یہ ایجیں ہیں, ان کی ایجیں گزر گئی ہیں. اب ان کے اوپر اس عمر میں الزامات لگانے, ان کے کریکٹر کی اسیسینیشن کرنی, میں اس پہ تھوڑا سا مجھے اعتراض ہے کہ جو صحیح الزام ہے نا وہ لگائیں, کہ بھی وہ کسی نے مانتے نہیں سی, نہیں اب بھی نہیں مانتے. انہوں نے تسی جنہ مرضی جبر کر لو, وہ کہتے ہیں نہیں, غلط بات غلط ہے. نہیں شاہ صاحب, کیا آپ نے دیکھے نا آغا نوید کو اس میں سے کٹ آف کیا, پھر آپ نے مظہر, آپ نے ایک ریکویسٹ ہے, پہلے میری بات سن لینا, ثبوت لانے ہیں کہ آغا نوید مظہر طبی بلیک ایگل کا حصہ تھے. گل تے سنو, تسی مظہر طبی نو وچوں کڈیا, تسی آغا نوید نو وچوں کڈیا, تسی حنیفے بابے نو وچوں کڈیا, تسی انہاں نو مرج کر دیتا تعلقات, کہ یار انہاں دے نال تعلقات ہے. تعلقات کی بنا پر ہی تنظیمیں جو ہیں نا قائم و دائم رہتی ہیں. ٹھیک ہے, وہ نیگیٹو ہو یا پازیٹیو ہو. وہ نہیں سر, اسٹوڈنٹ پالیٹکس کا ایک پرائیویٹ مکینک کے ساتھ کیا تعلق ہو سکتا ہے؟ زیادہ سے زیادہ اپنی بائک ٹھیک کرانے کا ریلیشن ہو سکتا ہے. آپ دیکھیں نا, یہ مکینکوں اور دوسرے اور ڈاکوؤں اور چوروں کا تعلق تنظیم سے نہ ملائیں. ٹھیک ہے, MSF تھی, میرے پاس اس کی ساری نالج ہے. عاطف چودھری نان اسٹوڈنٹ تھا, آغا نوید نان اسٹوڈنٹ تھا, ندیم پوپا نان اسٹوڈنٹ تھا, اس کے بعد 50 بندے ہیں جو نان اسٹوڈنٹ تھے, اور تنظیم کی بدنامی کا باعث وہ نان اسٹوڈنٹ بنے. ٹھیک ہو گیا. اس میں اس طرح کے جو کام ہے نا, اس طرح لوگوں کو ساتھ جوڑ دینا, میں کبھی قیامت تک نہیں بولنا تھا اس پہ نا. میں کہا ایک گڑے مردے اکھاڑنے, ایک بندے بزرگ ہو گئے ہیں, مظہر خان, اب اس کو دیکھیں, اس کا سر بھی سفید ہے, اس کی داڑھی بھی سفید ہے, اس کے پاؤں سے سر تک آپ نے ایک کالا بال ڈھونڈ کے دکھانا. مگر شاہ صاحب, اگر سوشل میڈیا میں, مختلف اخبارات میں, سوشل میڈیا میں زیادہ تر یہ باتیں جو ہیں منظر عام پر آئی, اور کافی سینئرز جو لوگ ہیں جو اپنے آپ کو دعوے دار ہیں کہ جی ہم نے, ہماری موجودگی میں یہ سب کچھ ہوا, ان میں مظہر طبی بھی تھا, ان میں, اب ظاہر ہے وہ ایویڈنس کے طور پر وہ گفتگو کرتے ہیں کہ جی ہم موجود تھے جب یہ سارا واقعات جو تھا وہ رونما ہوا. اس میں اب اس کو آپ کس نظر سے دیکھتے ہیں؟ اس طرح ایسے بندے ہیں جو مجھے جا کے کہتے ہیں کہ میں نے کئی چینلز پہ دیکھا, میں اچھے مدبر لوگ ہیں, کسی کی بیک بیٹنگ نہیں ہے میں کرتا, وہ کہتے ہیں کہ میں نے فلانی چیز آنکھوں سے دیکھی. ٹھیک ہے, اب 2 بھائی ہیں لاہور میں, برانڈ ہے, پرویز نعت ملک, نوید نعت ملک, ایڈوکیٹس میں برانڈ ہے. ٹھیک ہے, بڑے بڑے عہدے بھی رہے ہیں ان کے پاس, ان کے وہ میرے بھی اور ان کے بھی سکے بھائیوں کی طرح آج بھی. اب ان کو بھی اگر کوئی بلیک ایگل کا حصہ بنائے گا تو وہ غلط ہے. دوست ضرور تھے, تعلق ہونا تو کوئی برائی نہیں نا. خانزادہ مشتاق آج بھی ماڈل ٹاؤن میں موجود ہے, دیکھیں ان کے گھر کے باہر کھڑے ہو کے 1-5 کریں کہ خانزادہ مشتاق موجود ہے. جو لوگ بلیک ایگل کا حصہ رہے,
اور ہیں وہ آج بھی ہیں، وہ آج بھی ہیں. اور یعنی کہ مین وائز کہ آپ کی گفتگو کا سارا جو لب لباب یہ ہے کہ جی جو بلیک ایگل کا جو حصہ رہے وہ اب بھی ہے. اگر آج وہ اپنی زندگی گزار رہے ہیں تو ان کی زندگی کے بارے میں ہمارے ناظرین کو بتا دیں کہ ان کی آج کی زندگی کیسی ہے. بہترین ہے. احسان اللہ خان وہ بھی پولیٹکس کر رہے ہیں امریکہ میں، امریکہ میں کے ساتھ کمپین میں. آپ کو تصویریں دیتا ہوں ابھی. ٹھیک ہے. وہ میر صاحب جون سے ہیں، وہ اپنی انگلینڈ میں پراپرٹی کا بزنس سے اٹیچ ہیں، بہترین لیوش لائف گزار رہے ہیں. آپ کوئی کہہ دے کہ جی وہ لندن سے بھی بتا لیندے ہیں پورے انگلینڈ تو الزام لگانے پہ کیا کہہ سکتے ہیں. اس کے بعد یہ جو حیدر ہے، اس کی بھی اولاد جوان ہو گئی ہے، وہ اپنا فوڈ کا بزنس کر رہے ہیں سارے. ٹھیک ہے. ان کی اولادیں کی آگے اولادیں ہو گئی ہیں. مجھے تو لگتا ہے ان کے پوتوں کی بھی شادیاں ہونے والی ہیں. ٹھیک ہے. تو اس کو اب مدر طبی فلانا. بلیک ایگل کا کوئی بندہ انکاؤنٹر میں نہیں مرا، یہ میں آن کیمرہ دعوے سے کہہ رہا ہوں. بلیک ایگل 2 بندے بتائیں کہ 25 میں سے 2 بندے جو تھے وہ مرڈر ہو، قتل ہونا تو کسی کے بس میں نہیں ہے نا. پولیس انکاؤنٹر کی میں بات کر رہا ہوں. ٹھیک ہے. پولیس انکاؤنٹر کسی کا نہیں ہوا. اچھرے کے مشتاق شاہ صاحب بڑے سینئر موسٹ جرنلسٹ ہیں، وہ یہ سارے آج بھی چوکوں میں بیٹھتے ہیں سارے. اچھا. ہاں. نہ ان کی دشمنیاں نہ ان کا. اب کسی چیز کو ہائپ دینے کے لیے میں کہتا ہوں جی میر عبداللہ صاحب نے یہ کر دیا، احسان اللہ نے یہ کر دیا. وہ متبر زندگی گزار رہے ہیں، اپنی اپنی لائف گزار رہے ہیں. ان کی ذاتی کبھی کسی اشتہاری کو جوڑ دیں کسی کے ساتھ. ثابت کرنا پڑے گا. آپ جو لوگ یہ انٹرویوز کر رہے ہیں، آپ کسی دن پروگرام بنائیں، مجھے بھی بلا لیں. آپ کے ایک چینل پہ میں آ جاؤں گا، ان کو بھی بلا لیں. اگر وہ ثابت کرنے میں کامیاب ہو گئے تو میں آن کیمرہ سرنڈر کروں گا. اور اگر میں نے ثابت کر دیا تو پھر انہوں نے جو مدر طبی اور اس طرح کے الزامات لگائے تھے پھر ان کو معذرت کرنی پڑے گی. یہ ناظرین جیسے کہ آپ نے فرقان شاہ صاحب کی مکمل گفتگو سنی کہ ان کا یہ کہنا ہے کہ یہ بلیک ایگل جو تھی یہ دفاع کے لیے تھی، یہ پازیٹیو مثبت پہلو پر یہ کام کرتی تھی، اور نہ کہ اس گروپ میں 25 کے 25 جو اس بلیک ایگل کے جو ممبرس تھے، نہ تو وہ کسی قسم کا کوئی نشہ کرتے تھے اور نہ ہی قبضہ گروپ سے ان کو کوئی تعلق تھا. ہاں تعلق ضرور تھے نیگیٹو لوگوں کے ساتھ، لیکن خود ساختہ اپنا ضمیر، اپنا پازیٹیو یہ ضمیر کے مالک تھے. اور یہ حق اور سچ کی آواز کو بلند کرنے کے لیے منظر عام پر انہوں نے اینٹی مارشل لا، انہوں نے ایک بلیک ایگل ایک نام انہوں نے رکھا اپنی تنظیم کا، اور اس تنظیم کے حوالے سے انہوں نے متعدد لوگوں کی رہنمائی بھی کی. اور ان کو یعنی کہتے ہیں نا کہ دو راستے ہوندے نے، ایک نیگیٹو اور ایک پازیٹیو. اور جو نیگیٹو راستے پر اپنی زندگی گزارنے پر مجبور تھا اس کو پازیٹیو راستے پر لے کر آتے ہیں. اور جو پازیٹیو تھے بقول شاہ صاحب کے، یہ پازیٹیو پہلو پر چلنے والے 25 کے 25 جوان طاقتور، اور اگر ان پہ غلطی سے کوئی ایسا کیس بھی منظر عام پر آیا ہے تو یہ پولیس کے پاس بھی جاتے تھے اپنے آپ کو بے گناہ ثابت کرنے کے لیے. سوال یہ ہے اگر یہ اتنے ہی پازیٹیو تھے، اتنے ہی رحم دل تھے، اتنے ہی لوگوں پر اپنی جان نچھاور کرنے کے لیے انہوں نے تنظیم کو ایک بلند و بالا مقام پر لے کر گئے، بھٹو فالورز بھی تھے، اگر آج یہ منظر عام سے غائب ہوئے تو کیوں ہوئے؟ اس کی کیا وجہ؟ رانا صاحب ایک منٹ، منظر عام تو کون غائب ہے؟ اور جڑے ملکاں چ نے انہاں دے نمبر موجود نے، لوکاں نال رابطے چ نے، غائب کون ہے؟ شاہ صاحب میری گل اور سنو، 2 تو 3 بندے آندے نے جاندے نے پاکستان چ، باہر دے ملک تنظیم دے والے نے. شاہ سر صاحب اے بلیک ایگل دے بندے کی باہر نے، پور دنیا تے کوئی باہر نہیں گیا. کی کر دے پے ہو یار؟ ساری دنیا باہر گئی ہوئی جے. شاہ صاحب دیکھیں میری بات سنیں، میں اپنے آڈینس کو وہ کمپلیٹ باتیں جو ہیں نا وہ بتا رہا ہوں کہ یار اگر یہ لوگ آپ نے ثابت بھی کرنی ہے نا. میں سر ثابت نہیں، میں تو آپ کی ہی باتوں کو وہ ایڈ کر کے میں اپنے ناظرین کو بتا رہا ہوں کہ اگر یہ منظر عام پر نہیں ہے یا غائب ہوئے، نہیں غائب ہے نا، یہیں پہ آپ کی میری بحث ہو جائے گی. بات یہ ہے کہ جی آپ وہ بات کمنٹ میں آپ فیصلہ کر دیں یار، میں غلط ہوں یہ ٹھیک ہے. پلیز اس پروگرام کو ضرور دیکھیے گا اور کمنٹس پہ فیصلہ کرنا ہے کون غلط ہے اور کون ٹھیک ہے. لیکن آج بھی ایک سوالیہ نشان ہے کہ ایسی تنظیمیں بنائی کیوں جاتی ہیں؟ اگر بنائی جاتی ہیں تو اس کو چھوڑا کیوں جاتا ہے؟ جب اپنا مفاد، اپنا مقصد ان تنظیموں سے حاصل کر لیا جائے تو تنظیموں نے خیر بات کر کے نا پھر کہتے ہیں اللہ حافظ یار، ایسے بھی چاہیے. تو اس کے ساتھ ہی اپنے میزبان حیدر رانا کو اجازت ہے.